Welcome, all the shining stars, in your own channel, The English Talks. Student, ਇਹਨਾਂ ਤਸਵੀਰਾਂ ਨੂੰ ਧਿਆਨ ਨਾਲ ਦੇਖੋ। ਤੁਹਾਨੂੰ ਇਹ ਕਿਸ ਚੀਜ਼ ਦੀ ਯਾਦ ਦਿਵਾਉਂਦੀਆਂ ਹਨ? ਜੀ ਹਾਂ, ਠੀਕ ਪਛਾਣਿਆ, ਭੂਕੰਪ, ਭੂਚਾਲ ਜਾਂ ਫਿਰ earthquake. Did you know the earthquake meaning? Yes, this is shaking of the earth. But what makes the ground shake? ਧਰਤੀ ਕਿਵੇਂ ਹਿਲਦੀ ਹੈ? Have you ever think how this earthquake occurs? ਕੀ ਤੁਸੀਂ ਕਦੀ ਸੋਚਿਆ ਕਿ ਜਿਹੜਾ earthquake ਹੁੰਦਾ ਹੈ ਇਹ ਕਿਵੇਂ ਹੁੰਦਾ ਹੈ? I'll show you an activity which might help you to understand the situation. Well, calm down. Let me explain everything in a simple and detailed manner. The earth is like this orange. ਜਿਹੜੀ ਸਾਡੀ ਧਰਤੀ ਹੈ ਉਹ ਇਸ ਸੰਤਰੇ ਦੀ ਤਰ੍ਹਾਂ ਹੈ. Only inside it's squishy. ਸਿਰਫ ਅੰਦਰੋਂ ਹੀ ਇਹ ਬਹੁਤ ਜ਼ਿਆਦਾ ਸੌਫਟ ਹੁੰਦੀ ਹੈ. On the outer side, orange peel is like the earth's rust. ਔਰ ਸੰਤਰੇ ਦਾ ਜਿਹੜਾ ਬਾਹਰੀ ਹਿੱਸਾ ਹੈ ਉਹ ਸਾਡੀ ਧਰਤੀ ਦੇ ਰਸਟ ਵਰਗਾ ਹੁੰਦਾ ਹੈ. And this earth's crust is called the tectonic plates. ਔਰ ਧਰਤੀ ਦੇ ਇਸ ਕਰਸਟ ਨੂੰ ਟੈਕਟੋਨਿਕ ਪਲੇਟਸ ਕਿਹਾ ਜਾਂਦਾ ਹੈ. And this is the place from where the earthquake happens. ਔਰ ਇਸੀ ਜਗ੍ਹਾ ਤੋਂ earthquake ਹੁੰਦੀ. ਕੀ ਤੁਸੀਂ ਅੱਜ ਦੀ ਕਵਿਤਾ ਦਾ ਟਾਈਟਲ ਗੈਸ ਕਰ ਸਕਦੇ ਹੋ? Yes, this is the title of our poem, An Earthquake. Now, let's see the glossary of our today's poem, An Earthquake, written by the poetess Vandana Lunyal. So, the glossary words are trembling fan, ਕੰਬਦੇ ਹੋਏ ਪੱਖੇ, rubble ਮਲਵਾ, fragmented ਖੰਡ, tomb ਕਬਰ, crashing down ਨੀਚੇ ਆ ਕੇ ਟਕਰਾਉਣਾ. So now come to our today's poem, An Earthquake, written by the poetess Vandana Lunyal. As I lay wide awake, my beds began to shake. Was my fear real or fake? The trembling fan confirmed the quake. As I lay wide awake, ਜਿਵੇਂ ਹੀ ਮੈਂ ਆਰਾਮ ਕਰਨ ਲਈ ਲੇਟੀ ਤਾਂ ਮੈਂ ਪੂਰੀ ਤਰ੍ਹਾਂ ਸਚੇਤ ਹੋ ਗਈ. ਪੂਰੀ ਤਰ੍ਹਾਂ ਸਚੇਤ ਹੋ ਗਈ. ਕਿਉਂ ਹੋ ਗਈ? ਕਵਿਤਰੀ ਇਸ ਤਰ੍ਹਾਂ ਕਿਉਂ ਕਹਿ ਰਹੀ ਹੈ ਕਿ ਕਿਉਂ ਸੁੱਤੇ ਸੁੱਤੇ ਉਹ ਇੱਕਦਮ ਜਾਗ ਗਈ ਔਰ ਉਹਨੂੰ ਇੱਕਦਮ ਲੱਗਿਆ ਕਿ ਕੁਝ ਹੋਇਆ ਹੈ? ਕਿਉਂਕਿ ਕੁਝ ਐਸਾ ਹੋਇਆ ਸੀ ਜਿਸ ਕਾਰਨ ਉਹਦੀ ਇੱਕਦਮ ਗਹਿਰੀ ਨੀਂਦ ਜਿਹੜੀ ਸੀ ਉਸ ਤੋਂ ਉਹ ਜਾਗ ਗਈ. ਮਾਈ ਬੈਡਸ ਬਿਗਨ ਟੂ ਸ਼ੇਕ. ਹੋਇਆ ਕੀ ਸੀਗਾ? ਉਹ ਕਹਿੰਦੇ ਮੇਰੇ ਬੈੱਡ, ਮੇਰਾ ਜਿਹੜਾ ਬਿਸਤਰਾ ਸੀ ਉਹ ਹਿੱਲਣ ਲੱਗ ਗਿਆ ਸੀ. ਵਾਜ਼ ਮਾਈ ਫੀਅਰ ਰੀਅਲ ਔਰ ਫੇਕ? ਤੇ ਕਵਿਤਰੀ ਇਹ ਸੋਚਣ 'ਤੇ ਮਜਬੂਰ ਹੋ ਗਈ ਕਿ ਇਹ ਸਿਰਫ ਮੇਰਾ ਇੱਕ ਡਰ ਸੀ ਜਾਂ ਅਸਲੀਅਤ ਵਿੱਚ ਐਸਾ ਕੁਝ ਹੋਇਆ. ਦ ਟਰੈਂਬਲਿੰਗ ਫੈਨ ਕਨਫਰਮ ਦ ਕੁਏਕ. ਜਦੋਂ ਨੀਂਦ ਖੁੱਲ੍ਹੀ ਔਰ ਖੁੱਲ੍ਹਣ ਤੋਂ ਬਾਅਦ ਉਹਨੇ ਆਪਣੇ ਟਰੈਂਬਲਿੰਗ ਫੈਨਸ, ਕੰਬਦੇ ਹਿਲਦੇ ਹੋਏ ਪੱਖੇ ਵੇਖੇ ਅਤੇ ਉਹਨਾਂ ਪੱਖਿਆਂ ਨੂੰ ਦੇਖ ਕੇ ਉਹਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਭੂਚਾਲ ਹੈ. ਦ ਹਾਊਸਿਸ ਕੇਮ crashing down. Oh my God, cried the whole town. A moment ago, the town stood tall,
now fragmented on the ground, it crawls, turn to rubble, change into debris, houses, roads, parks, and trees. The houses came crashing down. और होया कि भूचाल दे नाल घर गिरने शुरू हो गए सन. ओ माई गॉड क्राइड द होल टाउन. और सारा ही शहर ही रब नू याद करन लग गया. अ मोमेंट एगो द टाउन स्टूड टॉल. कहंदे कुछ देर पहला ही ये सारा शहर जिहड़ा सी ਉਹ ਆਪਣੀ ਸਹੀ ਅਵਸਥਾ ਭਾਵ ਠੀਕ ਠਾਕ ਸੀ. ਨਾउ fragmented on the ground it crawls. fragmented ਖੰਡਾਂ ਤੇ ਹੁਣ ਕੁਝ ਹੀ ਪਲਾਂ ਵਿੱਚ ਇਹ ਟੁਕੜਿਆਂ 'ਚ ਤਬਦੀਲ ਹੋ ਗਿਆ. ਭਾਵ ਬਿਲਡਿੰਗਾਂ ਗਿਰਨੀਆਂ ਸ਼ੁਰੂ ਹੋ ਗਈਆਂ. ਜ਼ਮੀਨ ਤੇ ਸਾਰੇ ਤਰਫ ਬਿਲਡਿੰਗਾਂ ਦੇ ਢੇਰ ਲੱਗ ਗਏ. turned to rubble, change into debris. ਤੇ ਦੇਖਦੇ ਹੀ ਦੇਖਦੇ ਇੰਨੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ, ਹਾਊਸਸ, ਰੋਡਸ, ਪਾਰਕਸ ਐਂਡ ਟਰੀਜ਼, ਘਰ, ਸੜਕਾਂ, ਬਗੀਚੇ, ਪੇੜ, ਸਭ ਕੁਛ ਮਲਬੇ 'ਚ ਭਾਵ छोटे छोटे टुकड़ियां च तब्दील हो गए. Everywhere everything is found kissing and talking to the ground. People out of their cozy homes, some of which have now become tombs. कहते everywhere everything is found. हर जगह हर चीज़ ਇਸ ਤਰ੍ਹਾਂ ਮਹਿਸੂਸ ਹੋ ਰਹੀ ਸੀ ਕਿ ਜਿਵੇਂ ਕਿਸਿੰਗ ਐਂਡ ਟਾਕਿੰਗ ਟੂ ਦ ਗਰਾਊਂਡ, ਕਿ ਜਿਵੇਂ ਹਰ ਚੀਜ਼ ਧਰਤੀ ਨੂੰ ਚੂਮ ਰਹੀ ਹੋਵੇ ਜਾਂ ਧਰਤੀ ਨਾਲ ਗੱਲਾਂ ਕਰ ਰਹੀ ਹੋਵੇ. ਭਾਵ ਹਰ ਚੀਜ਼ ਭਾਵੇਂ ਉਹ ਕਿੰਨੀ ਵੀ ਉੱਚੀ ਸੀ ਉਹ ਨੀਚੇ ਜ਼ਮੀਨ ਵੱਲ ਗਿਰ ਰਹੀ ਸੀ. ਪੀਪਲ ਆਊਟ ਆਫ ਦੇਅਰ ਕੋਜ਼ੀ ਹੋਮਸ. ਕਹਿੰਦੇ ਲੋਕ ਆਪਣੇ ਕੋਜ਼ੀ ਮੀਨਸ ਕੰਫਰਟ, ਰਿਲੈਕਸੇਸ਼ਨ, ਆਰਾਮਦਾਇਕ, ਅਤੇ ਲੋਕ ਜਿਹੜੇ ਸੀਗੇ ਉਹ ਆਪਣੇ ਆਰਾਮਦਾਇਕ ਰਿਲੈਕਸਡ ਘਰਾਂ 'ਚੋਂ ਬਾਹਰ ਆ ਗਏ. ਸਮ ਆਫ ਵਿਚ ਹੈਵ ਨਾਓ ਬਿਕਮ ਟੋਮਸ. ਔਰ ਉਹ ਕਿਹੜੇ ਰਿਲੈਕਸਡ ਘਰ ਸੀਗੇ ਕਿ ਜਿਹੜੇ ਕੁਛ ਟਾਈਮ ਪਹਿਲੇ ਤਾਂ ਆਰਾਮਦਾਇਕ ਸੀਗੇ, ਬਟ ਉਹ ਘਰ ਜਿਨ੍ਹਾਂ ਵਿੱਚੋਂ ਕੁਛ ਘਰ ਹੁਣ ਤੱਕ ਲੋਕਾਂ ਦੀਆਂ ਕਬਰਾਂ ਬਣ ਚੁੱਕੀਆਂ ਸੀ. ਭਾਵ ਭੂਚਾਲ ਤੋਂ ਹੋਣ ਵਾਲੇ ਨੁਕਸਾਨ ਦੀ ਵਿਆਖਿਆ ਇਸ ਕਵਿਤਾ ਦੇ ਵਿੱਚ ਕੀਤੀ ਗਈ ਹੈ. ਇਸ ਲਈ ਅਸੀਂ ਇਸ ਕਵਿਤਾ ਜਾਂ ਪੋਇਮ ਨੂੰ ਨਰੇਟਿਵ ਪੋਇਮ ਕਹਿ ਸਕਦੇ ਹਾਂ. ਦਿਸ ਇਜ਼ ਅ ਨਰੇਟਿਵ ਪੋਇਮ written by Vanna Lunyal. Thank you and have a nice day.